ਵਾਹਿਗੁਰੂ ਸਾਹਿਬ ਜੀ। ਦੰਡੋਤ ਬੰਦਨ ਕਵਾਰ ਸਰਵ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਅਗਮ ਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਜੇਤਾ ਜੀਓ ਬਿਨ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋ ਕਰੀ ਵਖਿਆਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋ ਕਰੀ ਵਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌਂਡ ਮਹੱਲਾ ਪੰਜਵਾਂ। ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਧਨ ਕਰਤਾਰ। ਪ੍ਰਭ ਕੀ ਸਰਣ ਗਈ ਸਭ ਤਿਆਗ ਗੁਰ ਸੋ ਪ੍ਰਸੰਨ ਭਏ ਵੱਡ ਭਾਗ। ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਧਨ ਕਰਤਾਰ। ਪ੍ਰਭ ਕੀ ਸਰਣ ਗਈ ਸਭ ਤਿਆਗ ਗੁਰ ਸੋ ਪ੍ਰਸੰਨ ਭਏ ਵੱਡ ਭਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੋਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬੇ ਕਮਾਲ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਰਹਿਮਤਾਂ ਦੇ ਦਾਤੇ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਸਤਿਗੁਰੂ ਜੀ ਦੀ ਕਿਰਪਾ ਸਦਕਾ ਇਸ ਪਾਵਨ ਸਥਾਨ ਤੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡਾ ਵਰਨਾ ਕੋਏ। ਵਾਹੋ ਵਾਹੋ ਅਗਮ ਅਥਾਉ ਹੈ ਵਾਹੋ ਵਾਹੋ ਸੱਚਾ ਸੋਏ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਰੱਬੀ ਬਾਣੀ ਦੀ ਅਲਾਹੀ ਬਾਣੀ ਦੀ ਲੜੀਵਾਰ ਜੋ ਆਪਾਂ ਨੂੰ ਕਥਾ ਪ੍ਰਾਪਤ ਹੋ ਰਹੀ ਹੈ ਇਸ ਦੇ ਤਹਿਤ ਗੌਂਡ ਰਾਗ ਦੇ ਅੰਦਰ ਇਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਦਰਸ਼ਨ ਹੋ ਰਹੇ ਹਨ। 866 ਅੰਗ ਤੇ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ
ਪਾਵਨ ਬਾਣੀ ਦੇ ਵਿੱਚ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਵਾਹਿਗੁਰੂ ਜੀ ਦੀ ਸਿਫਤ ਸਲਾਹ ਵਡਿਆਈ ਕਰਨ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਨੁੱਖਾ ਜੀਵਨ ਦਾ ਜੋ ਸਭ ਤੋਂ ਵੱਡਾ ਪ੍ਰਯੋਜਨ ਹੈ, ਲਕਸ਼ ਹੈ, ਉਹ ਹੈ ਵਾਹਿਗੁਰੂ ਦੇ ਗੁਣ ਗਾਣੇ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ, ਵਡਿਆਈ ਕਰਨੀ। ਇਹ ਮਨੁੱਖਾ ਜੀਵਨ ਦਾ ਪਰਮ ਫਰਜ਼ ਵੀ ਹੈ ਔਰ ਇਹ ਮਨੁੱਖਾ ਜੀਵਨ ਦਾ ਲਕਸ਼ ਵੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਬਾਣੀ ਦੇ ਵਿੱਚ ਵਾਰ-ਵਾਰ ਜੋ ਸਾਨੂੰ ਉਪਦੇਸ਼ ਕਰਦੇ ਨੇ, ਭਾਈ ਪਰਮੇਸ਼ਵਰ ਦਾ ਨਾਮ ਜਪੋ, ਵਾਹਿਗੁਰੂ ਦੇ ਗੁਣ ਗਾਵੋ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬਖਸ਼ਿਸ਼ਾਂ ਕਰ ਰਹੇ ਹਨ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਹੇ ਸਤਿਗੁਰੂ ਜੀ ਕਿਰਪਾ ਕਰੋ, ਆਪ ਜੀ ਦੀ ਬਾਣੀ ਦਾ ਮਹਾਨ ਉਪਦੇਸ਼, ਅੰਮ੍ਰਿਤਮਈ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਤਾਂ ਜੋ ਸਾਡਾ ਇਹ ਜੀਵਨ ਸਫਲ ਹੋ ਜਾਵੇ, ਪ੍ਰਵਾਨ ਹੋ ਜਾਵੇ, ਲੇਖੇ ਵਿੱਚ ਲੱਗ ਜਾਵੇ। ਵਾਹਿਗੁਰੂ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਸੰਸਾਰ ਦੇ ਵਿੱਚ ਅਨੇਕ ਤਰ੍ਹਾਂ ਦੇ ਕਰਮ ਕੀਤੇ ਜਾਂਦੇ ਨੇ। ਅੱਜ ਹੀ ਨਹੀਂ, ਜਦੋਂ ਦੀ ਮਨੁੱਖ ਨੂੰ ਧਰਮ ਦੀ, ਰੂਹਾਨੀਅਤ ਦੀ ਸਮਝ ਪਈ, ਇਸ ਪਾਸੇ ਮਨੁੱਖ ਚੱਲਿਆ ਹੈ। ਪਰ ਜਿਵੇਂ ਆਪਾਂ ਵੇਖਦੇ ਹਾਂ, ਸੰਸਾਰ ਦੇ ਵਿੱਚ ਅਸਲ ਚੀਜ਼ ਹੁੰਦੀ ਹੈ, ਅਸਲ ਨਾਲੋਂ ਜ਼ਿਆਦਾ ਨਕਲ ਜ਼ਿਆਦਾ ਆ ਜਾਂਦੀ ਹੈ। ਅਸਲ ਹੁੰਦੀ ਹੈ, ਉਹਦੀ ਨਕਲ ਜ਼ਿਆਦਾ ਹੁੰਦੀ ਹੈ। ਇਸੇ ਤਰ੍ਹਾਂ ਧਰਮ ਦੀ ਦੁਨੀਆ ਦੇ ਵਿੱਚ ਵੀ ਬੜਾ ਪਖੰਡ, ਬੜੀ ਨਕਲ ਚੱਲਦੀ ਹੈ। ਤੋ ਨਕਲ ਤੋਂ, ਪਖੰਡ ਤੋਂ ਬਚਣਾ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਧਨਾਸਰੀ ਰਾਗ ਦੇ ਵਿੱਚ ਇੱਕ ਸ਼ਬਦ ਹੈ, ਸਤਿਗੁਰੂ ਪਾਤਸ਼ਾਹ ਜੀ ਉੱਥੇ ਫਰਮਾਨ ਕਰਦੇ ਨੇ, ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ, ਅੱਖੀ ਤਾਂ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦਾ ਸਮਾਂ ਆ ਗਿਆ, ਇਸ ਤਰ੍ਹਾਂ ਦੀਆਂ ਢੱਬਾਂ ਕੀਤੀਆਂ ਜਾਂਦੀਆਂ ਨੇ ਸੰਸਾਰ ਨੂੰ ਲੁੱਟਣ ਵਾਸਤੇ ਧਰਮ ਦੇ ਨਾਂ ਤੇ। ਆਠ ਸੇਤੀ ਨਾਗ ਪਕੜੈ, ਸੂਝ ਤੇ ਤਿਨ ਲੋਗ, ਮਗਰ ਪਾਛੈ ਕੱਥ ਨਾ ਸੂਝੈ, ਇਹ ਪਦਮ ਅਲੋਕ। ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਸਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਅਸ਼ਟ ਸਾਜ ਸਾਜ ਪੁਰਾਣ ਸੋਧੈ, ਕਰੇ ਬੇਦ ਅਭਿਆਸ, ਬਿਨ ਨਾਮ ਹਰਿ ਕੇ ਮੁਕਤ ਨਾਹੀ, ਕਹਿ ਨਾਨਕ ਦਾਸ। ਇਸ ਤਰ੍ਹਾਂ ਹੋਰ ਵੀ ਸ਼ਬਦ ਬੇਅੰਤ ਭਗਤਾਂ ਦੇ ਵੀ ਹਨ, ਜਿੱਥੇ ਉਹਨਾਂ ਨੇ ਐਸੇ ਕਰਮ ਕਾਂਡ, ਐਸੇ ਪਖੰਡ ਨੂੰ ਖੰਡਨ ਕੀਤਾ ਹੈ ਤੇ ਕੇਵਲ ਵਾਹਿਗੁਰੂ ਦੇ ਗੁਣ ਗਾਣ ਵਾਸਤੇ ਸ਼ਬਦ ਨਾਲ ਜੁੜਨ ਦਾ ਉਪਦੇਸ਼ ਕੀਤਾ ਹੈ। ਪਰ ਫਿਰ ਵੀ ਆਪਾਂ ਵੇਖਦੇ ਹਾਂ, ਕਿਉਂਕਿ ਭੋਲੇ ਭਾਲੇ ਲੋਕ ਬੇਸਮਝੀ ਦੇ ਵਿੱਚ ਉਹ ਜਿਸ ਪਾਸੇ ਕੋਈ ਉਹਨਾਂ ਨੂੰ ਲਾਂਦਾ ਹੈ ਉਹ ਲੱਗ ਜਾਂਦੇ ਨੇ, ਜਦ ਕਿ ਉਹਨਾਂ ਕਰਮਾਂ ਦੇ ਵਿੱਚੋਂ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ ਤੇ ਉਹ ਫਿਰ ਖੁਆਰ ਹੁੰਦੇ ਨੇ। ਸਾਹਿਬ ਸੱਚੇ ਪਾਤਸ਼ਾਹ ਪਾਵਨ ਬਾਣੀ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਆਓ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ, ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌਂਡ ਮਹੱਲਾ ਪੰਜਵਾਂ। ਧੂਪ ਦੀਪ ਸੇਵਾ ਗੋਪਾਲ, ਅਨਕ ਬਾਰ ਬੰਧਨ ਕਰਤਾਰ। ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
ਜਗਨਨਾਥਪੁਰੀ ਵਿੱਚ ਗਏ। ਸ਼ਾਮ ਦਾ ਸਮਾਂ ਹੋ ਰਿਹਾ ਹੈ, ਆਰਤੀ ਦਾ ਸਮਾਂ। ਉਸ ਸਮੇਂ ਸਤਿਗੁਰੂ ਜੀ ਭਾਈ ਬਾਲੇ ਮਰਦਾਨੇ ਦੇ ਸਹਿਤ ਜਾ ਕੇ ਜਗਨਨਾਥਪੁਰੀ ਦਾ ਜੋ ਮੰਦਿਰ ਹੈ ਉੱਥੇ ਸਤਿਗੁਰੂ ਜੀ ਬੈਠ ਜਾਂਦੇ ਨੇ। ਉਸ ਸਮੇਂ ਸੰਧਿਆ ਹੋ ਰਹੀ ਹੈ, ਬਹੁਤ ਸਾਰੇ ਪੰਡਤ ਬ੍ਰਾਹਮਣ ਇਕੱਠੇ ਹੋ ਕੇ ਆਏ ਤੇ ਇਹਨਾਂ ਵਿੱਚ ਇੱਕ ਪੰਡਤ ਦਾ ਨਾਮ ਕਲਯੁਗ ਕਰਕੇ ਵੀ ਆਇਆ ਹੈ। ਤਾਂ ਉਹ ਆਰਤੀ ਕਰਨ ਲੱਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਕਹਿਣ ਲੱਗੇ ਸਾਡੇ ਨਾਲ ਆਰਤੀ ਵਿੱਚ ਸ਼ਾਮਲ ਹੋਵੋ। ਸਤਿਗੁਰੂ ਜੀ ਚੁੱਪ ਰਹੇ। ਇਹਨਾਂ ਨੇ ਆਰਤੀ ਕੀਤੀ, ਦੇਖਿਆ ਗੁਰੂ ਨਾਨਕ ਦੇਵ ਜੀ ਉੱਠੇ ਨਹੀਂ ਆਪਣੇ ਸਥਾਨ ਤੋਂ। ਆਰਤੀ ਕਰਨ ਤੋਂ ਬਾਅਦ ਵਿੱਚ ਇਹ ਸਾਰੇ ਫਿਰ ਇਕੱਠੇ ਹੋ ਕੇ ਆ ਗਏ ਝਗੜਨ ਵਾਸਤੇ। ਤੁਸੀਂ ਆਰਤੀ ਵਿੱਚ ਸਾਡੇ ਨਾਲ ਸ਼ਾਮਲ ਕਿਉਂ ਨਹੀਂ ਹੋਏ? ਸਤਿਗੁਰੂ ਜੀ ਕਹਿੰਦੇ ਜਿਹੜੇ ਤੁਸੀਂ ਇਹ ਦੀਵੇ ਬਾਲ ਕੇ ਧੂਪ ਧਗਾ ਕੇ ਆਰਤੀ ਕੀਤੀ ਹੈ, ਇਹ ਆਰਤੀ ਪ੍ਰਵਾਨ ਨਹੀਂ ਹੈ। ਇਹ ਆਰਤੀ ਤੁਸੀਂ ਕਿੰਨੇ ਸਮੇਂ ਤੋਂ ਕਰਦੇ ਆ ਰਹੇ ਹੋ? ਤੁਹਾਨੂੰ ਦੱਸੋ ਇਹਦੇ ਵਿੱਚੋਂ ਕੀ ਪ੍ਰਾਪਤ ਹੋਇਆ ਰੂਹਾਨੀ ਤੌਰ ਤੇ? ਸੱਚੋ ਸੱਚ ਦੱਸੋ ਜੀ। ਕੁਝ ਪ੍ਰਾਪਤੀ ਹੋਈ ਹੈ? ਤਾਂ ਸਾਰੇ ਪੰਡਤ ਚੁੱਪ ਕਰ ਗਏ। ਸਤਿਗੁਰੂ ਕਹਿੰਦੇ ਅਸੀਂ ਤਾਂ ਹਰ ਸਮੇਂ ਪ੍ਰਮਾਤਮਾ ਦੀ ਆਰਤੀ ਵਿੱਚ ਸ਼ਾਮਲ ਹੁੰਦੇ ਹਾਂ, ਹਰ ਸਮੇਂ ਪ੍ਰਮਾਤਮਾ ਦੀ ਆਰਤੀ ਹੋ ਰਹੀ ਹੈ। ਇਹ ਨਹੀਂ ਸਵੇਰੇ ਸ਼ਾਮ 2 ਟਾਈਮ ਹੀ ਆਰਤੀ ਕਰਨੀ, ਪ੍ਰਮਾਤਮਾ ਦੀ ਆਰਤੀ ਤਾਂ ਹਰ ਸਮੇਂ ਹੋ ਰਹੀ ਹੈ। ਉਹ ਕਹਿਣ ਲੱਗੇ ਉਹ ਕਿਸ ਤਰ੍ਹਾਂ? ਤਾਂ ਆਪਾਂ ਗੁਰੂ ਪਾਤਸ਼ਾਹ ਜੀ ਦਾ ਉਹ ਸ਼ਬਦ ਸੋਹਿਲਾ ਸਾਹਿਬ ਵਿੱਚ ਪੜ੍ਹਦੇ ਹਾਂ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ, ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ। ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ, ਇਹ ਤੇਰੀ ਬੜੀ ਸੁੰਦਰ ਅਦਭੁਤ ਆਰਤੀ ਹੋ ਰਹੀ ਹੈ। ਜਿਵੇਂ ਬ੍ਰਾਹਮਣ ਪੰਡਤ ਲੋਕ ਮੂਰਤੀ ਦੀ ਪੂਜਾ ਕਰਨ ਵਾਸਤੇ ਦੀਵੇ ਬਾਲ ਕੇ ਥਾਲ ਵਿੱਚ ਰੱਖ ਕੇ, ਸੁੱਚੇ ਮੋਤੀ ਰੱਖ ਕੇ, ਕੁਝ ਭੇਟਾ ਰੱਖ ਕੇ ਤੇ ਫੁੱਲ ਆਦਿਕ ਲਿਆ ਕੇ ਆਰਤੀ ਕਰਦੇ ਨੇ। ਪਾਤਸ਼ਾਹ ਕਹਿੰਦੇ ਆਰਤੀ ਤਾਂ ਰੱਬ ਦੀ ਹੋ ਰਹੀ ਹੈ ਜੋ ਸਾਰੇ ਸੰਸਾਰ ਦਾ ਮਾਲਕ ਹੈ। ਉਹਦੇ ਵਿੱਚ ਥਾਲ ਕਿਹੜਾ ਹੈ? ਇਹ ਸਾਰਾ ਆਕਾਸ਼, ਸਾਰੀ ਸਪੇਸ ਇੱਕ ਥਾਲ ਹੈ। ਇਹਦੇ ਵਿੱਚ ਸੂਰਜ ਤੇ ਚੰਦਰਮਾ 2 ਦੀਵੇ ਜਗ ਰਹੇ ਹਨ। ਗਗਨ ਮੈਂ ਥਾਲ ਰਵ ਚੰਦ, ਰਵ ਨਾਮ ਸੂਰਜ ਦਾ ਹੈ, ਰਵ ਚੰਦ, ਚੰਦ ਨਾਮ ਚੰਦਰਮਾ ਦਾ ਹੈ। ਦੀਪਕ ਬਣੇ, ਆਕਾਸ਼ ਰੂਪੀ ਥਾਲ ਦੇ ਵਿੱਚ ਸੂਰਜ ਤੇ ਚੰਦਰਮਾ 2 ਦੀਵੇ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਜਿਹੜੇ ਤਾਰੇ ਨੇ ਉਹ ਕੀਮਤੀ ਮੋਤੀਆਂ ਦੀ ਤਰ੍ਹਾਂ ਵੀ ਚਮਕ ਰਹੇ ਹਨ। ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਬੁਲੰਦ ਜੋਤੀ। ਧੂਪ ਕਿਹੜੀ ਹੈ? ਜੋ ਇਹ ਪਰਬਤ ਨੇ, ਪਹਾੜ ਨੇ ਵੱਡੇ ਵੱਡੇ। ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਪਵਨ ਚਵਰ ਕਰ ਰਹੀ ਹੈ। ਸਾਰੀ ਬਨਸਪਤੀ ਦੇ ਫੁੱਲ ਵਾਹਿਗੁਰੂ ਨੂੰ ਭੇਟਾ ਹੋ ਰਹੇ ਨੇ। ਏਡੀ ਵੱਡੀ ਆਰਤੀ। ਹੁਣ ਕੋਈ ਵੀ ਬੰਦਾ ਜਦੋਂ ਕੋਈ ਕੰਮ ਕਰਦਾ ਕਹਿੰਦਾ ਵੱਡਾ ਕਰੀਏ। ਮਹਾਰਾਜ ਕਹਿੰਦੇ ਏਡੀ ਵੱਡੀ ਆਰਤੀ ਰੱਬ ਦੀ ਹੋ ਰਹੀ, ਛੋਟੀ ਜੀ ਆਰਤੀ ਵਿੱਚ ਕੀ ਸ਼ਾਮਲ ਹੋਣਾ? ਵੱਡੀ ਆਰਤੀ ਵਿੱਚ ਸ਼ਾਮਲ ਹੋਵੋ। ਭਾਵ ਵਾਹਿਗੁਰੂ ਨੂੰ ਸਾਰੇ ਰਮਿਆ ਹੋਇਆ ਜਾਣ ਕੇ, ਉਹਨੂੰ ਸਾਰੇ ਪਾਸੇ ਵਰਤਦਾ ਹੋਇਆ ਵੇਖ ਕੇ ਉਹਦੇ ਗੁਣ ਗਾਓ, ਉਹਦੇ ਨਾਮ ਦਾ ਰਸ ਲਵੋ। ਇਹ ਬੜੀ ਸੋਹਣੀ ਆਰਤੀ ਹੋ ਰਹੀ ਹੈ ਕਿ ਸੰਸਾਰ ਨੂੰ ਪਿਆਰ ਕਰੋ ਰੱਬ ਦਾ ਰੂਪ ਜਾਣ ਕੇ। ਉਦਾਂ ਤੇ ਆਪਾਂ ਬੜੇ ਆਰਤੀ ਕਰੀਏ, ਪਰ ਸੰਸਾਰ ਨਾਲ, ਉਹਦੀ ਬਣਾਈ ਹੋਈ ਸ੍ਰਿਸ਼ਟੀ ਨਾਲ ਨਫ਼ਰਤ ਕਰੀ ਜਾਵੇ ਬੰਦਾ, ਤਾਂ ਉਹ ਕਿਵੇਂ ਪ੍ਰਵਾਨ ਹੋਵੇਗਾ? ਇਸੇ ਤਰ੍ਹਾਂ ਭਗਤ ਰਵਿਦਾਸ ਜੀ ਨੂੰ ਵੀ ਜਦੋਂ ਆਖਿਆ ਗਿਆ ਵੀ ਤੁਸੀਂ ਰੱਬ ਦੀ ਆਰਤੀ ਨਹੀਂ ਕਰਦੇ ਹੋ, ਕਹਿੰਦੇ ਅਸੀਂ ਤਾਂ ਆਰਤੀ ਕਰਦੇ ਹਾਂ। ਨਾਮ ਤੇਰੋ ਆਰਤੀ ਮੱਜਣ ਮੁਰਾਰੇ ਹਰ ਕੇ, ਨਾਮ ਬਿਨ ਝੂਠੇ
ਸਗਲ ਪਸਾਰੇ। ਨਾਮ ਜਪਣਾ ਹੀ ਰੱਬ ਦੀ ਆਰਤੀ ਹੈ। ਇਹ ਆਰਤੀ ਅਸੀਂ ਹਰ ਸਮੇਂ ਕਰ ਸਕਦੇ ਹਾਂ ਔਰ ਕਰਦੇ ਹਾਂ। ਹੁਣ ਵਾਹਿਗੁਰੂ ਦਾ ਨਾਮ ਜਪਣਾ ਹੈ, ਤੁਸੀਂ ਆਪਣੇ ਘਰ ਵਿੱਚ ਕਾਰ ਵਿਹਾਰ ਕਰਦਿਆਂ ਵੀ ਜਪੀ ਜਾਓ, ਰਸਤੇ ਵਿੱਚ ਆਉਂਦਿਆਂ ਜਾਂਦਿਆਂ ਵੀ ਹਰ ਸਮੇਂ ਆਰਤੀ ਕਰ ਸਕਦੇ ਹੋ ਨਾ। ਇਹ ਆਰਤੀ ਤੇ ਜਿਹੜੀ ਦੀਵੇ ਬਾਲਣ ਵਾਲੀ ਆਰਤੀ ਹੈ ਉਹ ਤਾਂ ਵੱਖਰਾ ਸਮਾਂ ਕੱਢਣਾ ਪਵੇਗਾ। ਭਗਤ ਰਵਿਦਾਸ ਜੀ ਕਹਿੰਦੇ ਉਹ ਝੂਠਾ ਪਸਾਰਾ ਹੈ। ਅਸਲੀ ਆਰਤੀ ਹੈ ਪਰਮਾਤਮਾ ਦਾ ਨਾਮ ਜਪਣਾ। ਨਾਮ ਤੇਰੋ ਆਰਤੀ ਮੱਜਣ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਸਣੋ, ਨਾਮ ਤੇਰੋ ਉਰਸਾ, ਨਾਮ ਤੇਰਾ ਕੇਸਰੋ ਲੈ ਛਟਕਾਰੇ। ਆਸਣ ਵੀ ਅਸੀਂ ਤੇਰੇ ਨਾਮ ਦਾ ਹੀ ਬਣਾ ਲਿਆ ਹੈ, ਨਾਮ ਜਪਣਾ ਹੀ ਸਾਰਾ ਕੁਝ ਬਣਾ ਲਿਆ। ਬਸ ਸਾਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ। ਧੂਪ ਦੀਪ ਘ੍ਰਿਤ ਸਾਜ, ਆਰਤੀ ਵਾਰਨੇ ਜਾਓ ਕਮਲਾਪਤੀ। ਮੰਗਲਾ ਹਰ ਮੰਗਲਾ ਨਿਤ ਮੰਗਲ, ਰਾਜਾ ਰਾਮ ਰਾਏ ਕੋ। ਸ੍ਰੀ ਸੈਨ ਜੀ ਨੇ ਵੀ ਆਰਤੀ ਕੀਤੀ ਹੈ, ਭਗਤ ਕਬੀਰ ਸਾਹਿਬ ਜੀ ਨੇ ਵੀ। ਉੱਥੇ ਵੀ ਉਹਨਾਂ ਨੇ ਇਹੀ ਆਖਿਆ ਰੱਬ ਦੇ ਗੁਣ ਗਾਣੇ ਹੀ ਆਰਤੀ ਹੈ। ਤੇ ਰੱਬ ਦੇ ਗੁਣ ਤੁਸੀਂ ਅੱਠੇ ਪੈਰ ਹੀ ਗਾ ਸਕਦੇ ਹੋ। ਅੱਠੇ ਪੈਰ ਹੀ ਰੱਬ ਦੀ ਆਰਤੀ ਕਰੋ। ਹੁਣ ਆਰਤੀ ਦੇਖੋ 5-10 ਮਿੰਟ ਕਰਨੀ ਹੈ ਕਿ ਆਪਾਂ ਅੱਠੇ ਪੈਰ ਕਰਨ ਵਾਲੀ ਕਰਾਂਗੇ। ਜਿੰਨੀ ਵੱਡੀ ਆਰਤੀ ਕਰਾਂਗੇ ਓਨਾ ਵੱਡਾ ਲਾਭ। ਤੇ ਆਪਾਂ ਅੱਠੇ ਪੈਰ ਵਾਲੀ ਕਰਾਂਗੇ ਵੀ ਅੱਠੇ ਪੈਰ ਸੌਖਾ ਕੰਮ, ਜਿਹਦੇ ਵਿੱਚ ਲਾਭ ਜ਼ਿਆਦਾ ਹੈ। ਉਹ ਹੈ ਵਾਹਿਗੁਰੂ ਦੇ ਗੁਣ ਗਾਣੇ। ਉਹ ਜੋ ਵੀ ਲੱਗਣਾ ਕੁਝ ਵੀ ਨਹੀਂ ਹੈ। ਵਾਹਿਗੁਰੂ ਪਰਮਾਤਮਾ ਦੀ ਸਿਫਤ ਕਰਨੀ ਹੈ, ਉਹਦੇ ਨਾਲ ਪ੍ਰੇਮ ਕਰਨਾ ਹੈ। ਤਾਂ ਇੱਥੇ ਪਾਤਸ਼ਾਹ ਕਹਿੰਦੇ ਧੂਪ ਦੀਪ। ਧੂਪ ਕਿਹੜੀ ਲਾਈ ਹੈ, ਦੀਵਾ ਕਿਹੜਾ ਜਗਾਇਆ ਹੈ? ਸੇਵਾ ਗੋਪਾਲ, ਵਾਹਿਗੁਰੂ ਦੇ ਨਾਮ ਦਾ ਸੇਵਨ ਕਰਨਾ। ਇੱਥੇ ਸੇਵਾ ਦਾ ਅਰਥ ਹੈ ਵਾਹਿਗੁਰੂ ਦਾ ਨਾਮ ਸੇਵਨ ਕਰਨਾ, ਜਪਣਾ ਉਸ ਗੋਪਾਲ ਦੇ ਨਾਮ ਨੂੰ। ਇਹੀ ਸਾਡੀ ਧੂਪ ਹੈ, ਇਹੀ ਸਾਡਾ ਦੀਵਾ ਹੈ। ਤੇਰਾ ਨਾਮ ਕਰੀ ਚਨ ਨਾਠੀਆਂ, ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇਰ ਲੈ, ਘਟ ਅੰਤਰ ਪੂਜਾ ਹੋਏ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਨਾਮ ਤੋਂ ਬਿਨਾਂ ਗੁਰਬਾਣੀ ਕਹਿੰਦੀ ਕੋਈ ਪੂਜਾ ਨਹੀਂ ਹੈ। ਦੀਵੇ ਬਾਲ ਲੋ, ਧੂਫਾਂ ਦਿਖਾ ਲੋ, ਉਹ ਕੋਈ ਪੂਜਾ ਥੋੜ੍ਹਾ ਹੈ। ਅਸਲੀ ਪੂਜਾ ਤੇ ਇਹ ਹੈ ਜਿਹੜਾ ਰਸਨਾ ਨਾਲ ਵਾਹਿਗੁਰੂ ਦੇ ਗੁਣ ਗਾਣੇ ਨੇ, ਪਰਮਾਤਮਾ ਦੀ ਸਿਫਤ ਕਰਨੀ ਹੈ। ਅਨਕ ਵਾਰ ਬੰਧਨ ਕਰਤਾਰ, ਅਤੇ ਅਨਕ ਵਾਰ ਵਾਹਿਗੁਰੂ ਨੂੰ ਨਮਸਕਾਰ ਕਰਨੀ ਹੈ। ਭਾਵ ਉਹਦੇ ਤੋਂ ਸਦਕੇ ਜਾਣਾ, ਵਾਰ ਵਾਰ ਪਰਮਾਤਮਾ ਨੂੰ ਸਿਫਤ ਉਹਦਾ ਨਮਸਕਾਰ ਕਰਿਆ ਕਰੋ। ਭਾਵ ਉਹਦੇ ਅੱਗੇ ਝੁਕਿਆ ਕਰੋ, ਦਿਨ ਦੇ ਵਿੱਚ ਨਮਸਕਾਰ ਕਰਿਆ ਕਰੋ, ਉਹਨੂੰ ਯਾਦ ਕਰਿਆ ਕਰੋ। ਪ੍ਰਭ ਕੀ ਸ਼ਰਨ ਗਈ ਸਭ ਤਿਆਗ। ਪਾਤਸ਼ਾਹ ਕਹਿੰਦੇ ਵਾਹਿਗੁਰੂ ਦੀ ਇਸ ਤਰ੍ਹਾਂ ਜਿਨ੍ਹਾਂ ਨੇ ਸ਼ਰਨ ਲੈ ਲਈ ਉਹਨਾਂ ਨੇ ਸਾਰਾ ਕੁਝ ਹੋਰ ਕਰਮ ਕਾਂਡ ਤਿਆਗ ਦਿੱਤਾ। ਹੋਰ ਕਿਹੜਾ ਕਰਮ ਕਾਂਡ ਸੀ? ਤੀਰਥਾਂ ਤੇ ਜਾਣਾ, ਵਰਤ ਰੱਖਣੇ, ਕਈ ਤਰ੍ਹਾਂ ਦੇ ਪ੍ਰਪੰਚ ਵਿੱਚ ਫਸੇ ਰਹਿਣਾ, ਉਹ ਸਭ ਛੱਡ ਕੇ ਕੇਵਲ ਵਾਹਿਗੁਰੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ। ਪ੍ਰਭ ਕੀ ਸ਼ਰਨ ਗਈ ਸਭ ਤਿਆਗ, ਸਾਰਾ ਕੁਝ ਹੀ ਤਿਆਗਤਾ, ਹੋਰ ਕਰਮ ਕਾਂਡ। ਸੌਖਾ ਮਾਰਗ ਸਤਿਗੁਰੂ ਜੀ ਨੇ ਦੱਸਿਆ। ਸ਼੍ਰੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਰੱਬ ਨੂੰ ਮਿਲਣ ਦੇ ਗੁਰਮੁਖੋ 4 ਤਰੀਕੇ ਖੋਜੇ ਗਏ। ਅੱਜ ਵੀ ਉਹ ਸੰਸਾਰ ਦੇ ਵਿੱਚ ਹੁੰਦੇ ਨੇ, ਪਰ ਉਹ 4 ਤਰੀਕੇ ਗੁਰੂ ਨਾਨਕ ਦੇਵ ਜੀ ਕਹਿੰਦੇ ਫੇਲ ਹਨ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਆਰੰਭ ਵਿੱਚ ਆਪਾਂ ਪੜ੍ਹਦੇ ਹਾਂ, ਉਹ ਅੱਜ ਵੀ ਲੋਕ ਹਟੇ ਨਹੀਂ ਹਨ। ਉਹ 4 ਤਰੀਕੇ ਅਪਣਾਉਂਦੇ ਨੇ। 4 ਸਾਧਨ ਕਹਿ ਲੋ ਕਿ ਇਸ ਤਰ੍ਹਾਂ ਕਹਿੰਦੇ ਰੱਬ ਮਿਲ ਜਾਵੇਗਾ। ਸਭ ਤੋਂ ਪਹਿਲਾ ਤਰੀਕਾ ਹੈ ਸੋਚੈ ਸੋਚ ਨਾ ਹੋਵਈ, ਕਿ ਤੀਰਥਾਂ ਦਾ ਇਸ਼ਨਾਨ ਕਰੋ, ਸੁੱਚੇ ਹੋ ਜਾਵੋਗੇ ਤੇ ਫਿਰ ਰੱਬ ਤੁਹਾਨੂੰ ਮਿਲ ਜਾਵੇਗਾ। ਮਹਾਰਾਜ ਕਹਿੰਦੇ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਵੀ ਕੋਈ ਸੁੱਚਾ ਨਹੀਂ ਹੁੰਦਾ। ਅੰਤਰ ਮੈਲ ਜੇ ਤੀਰਥ ਨਾਵੈ, ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਨੇ ਕਹੂ ਕਛੂ ਨਾ ਹੋਵੈ, ਨਾ ਹੀ ਰਾਮ ਇਆਨਾ। ਤੀਰਥਾਂ ਦੀ ਯਾਤਰਾ ਕਰਦਾ, ਇਸ਼ਨਾਨ ਕਰਦਾ, ਮਨ ਵਿੱਚ ਤਾਂ ਖੋਟ ਭਰੀ ਹੈ, ਮਨ ਵਿੱਚ ਤਾਂ ਈਰਖਾ ਦਵੈਸ਼ ਭਰਿਆ ਹੋਇਆ ਹੈ।
ਮਨ ਵਿੱਚ ਤਾਂ ਨਫ਼ਰਤ ਭਰੀ ਹੋਈ ਹੈ। ਦੱਸੋ ਇਹਦਾ ਤੀਰਥਾਂ ਤੇ ਗਿਆ, ਧਾਰਮਿਕ ਸਥਾਨਾਂ ਤੇ ਗਿਆ ਹੋਇਆ ਕਿਹੜੇ ਕੰਮ ਹੋਵੇਗਾ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਲੱਖਾਂ ਵਾਰੀ ਇਸ਼ਨਾਨ ਕਰ ਲਏ। ਭਾਈ ਗੁਰਦਾਸ ਜੀ ਕਹਿੰਦੇ ਜੇ ਇਦਾਂ ਰੱਬ ਮਿਲਦਾ ਹੁੰਦਾ, ਮਿਲਿਆ ਜੇ ਤੀਰਥ ਨਹਾਤਿਆਂ ਡੱਡਾਂ ਜਲ ਵਾਸੀ। ਡੱਡੀਆਂ ਉਹ ਤਾਂ ਮੱਛੀਆਂ ਪਾਣੀ ਵਿੱਚ ਹੀ ਰਹਿੰਦੀਆਂ ਨੇ, ਉਹ ਤਾਂ ਬ੍ਰਹਮ ਗਿਆਨੀ ਹੋ ਜਾਣੇ ਚਾਹੀਦੇ ਸਨ ਜੀਵ। ਜੇ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਹੀ ਕੋਈ ਮੁਕਤ ਹੁੰਦਾ, ਬ੍ਰਹਮ ਗਿਆਨੀ ਬਣਦਾ, ਤਾਂ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਫਿਰ ਉਹ ਸਾਰੇ ਮੁਕਤ ਹੋ ਜਾਣੇ ਚਾਹੀਦੇ ਸੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਬੰਦਿਆ, ਭਾਵੇਂ ਤੂੰ ਗੰਗਾ ਨਦੀ, ਇਹਦੀ ਪੁਰਾਣੇ ਗ੍ਰੰਥਾਂ ਵਿੱਚ ਬੜੀ ਮਹਿਮਾ ਲਿਖੀ ਨਾ ਤੀਰਥਾਂ ਦੀ, ਗੰਗਾ, ਜਮਨਾ, ਗੋਦਾਵਰੀ, ਸਰਸਵਤੀ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰੈ, ਤੀਰ ਨਾਮ ਕਿਨਾਰੇ ਦਾ ਹੈ। ਕਹਿੰਦੇ ਗੰਗਾ ਦੇ ਕਿਨਾਰੇ ਕੋਈ ਘਰ ਪਾ ਲਵੇ ਜਾ ਕੇ, ਉੱਥੇ ਹੀ ਰਹਿਣ ਲੱਗ ਪਵੇ। ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ। ਤੇ ਗੰਗਾ ਦੇ ਨਿਰਮਲ ਜਲ ਨੂੰ ਪੀਵੇ। ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਭਗਤੀ ਤੋਂ ਬਿਨਾਂ ਮੁਕਤੀ ਨਹੀਂ ਹੋਵੇਗੀ, ਭਾਵੇਂ ਸਾਰੀ ਉਮਰ ਗੰਗਾ ਦੇ ਕਿਨਾਰੇ ਘਰ ਪਾ ਕੇ ਬੈਠਾ ਰਹੇ, ਪਾਣੀ ਪੀਂਦਾ ਰਹੇ ਉੱਥੋਂ ਦਾ ਨਿਰਮਲ ਜਲ। ਤੋਂ ਪਹਿਲਾ ਤਰੀਕਾ ਇਹ ਸੀ, ਸਤਿਗੁਰੂ ਕਹਿੰਦੇ ਇਹ ਵੀ ਤਰੀਕਾ ਸਾਰਥਕ ਨਹੀਂ ਹੈ। ਸੋਚੈ ਸੋਚ ਨਾ ਹੋਵੀ, ਜੇ ਸੋਚੀ ਲੱਖ ਵਾਰ। ਲੱਖਾਂ ਵਾਰੀ ਇਸ਼ਨਾਨ ਕਰ ਲਈ, ਸੁੱਚਾ ਨਹੀਂ ਹੋਵੇਗਾ, ਅੰਦਰ ਦੀ ਖੋਟ ਦੂਰ ਨਹੀਂ ਹੋਵੇਗੀ। ਤੇ ਦੂਸਰਾ ਤਰੀਕਾ ਪਾਤਸ਼ਾਹ ਕਹਿੰਦੇ ਚੁੱਪੈ ਚੁੱਪ ਨਾ ਹੋਵੀ, ਜੇ ਲਾਏ ਰਾਹ ਦੇ ਉਤਾਰ। ਦੂਜਾ ਤਰੀਕਾ ਇਹ ਕੱਢਿਆ ਗਿਆ ਵੀ ਚੁੱਪ ਹੋ ਜਾਓ, ਸੰਸਾਰ ਨਾਲ ਕੋਈ ਗੱਲ ਨਹੀਂ ਕਰਨੀ, ਮੌਨ ਧਾਰਨ ਕਰ ਲਵੋ। ਪਾਤਸ਼ਾਹ ਕਹਿੰਦੇ ਮੌਨ ਧਾਰਨ ਨਾਲ ਵੀ ਕੁਝ ਨਹੀਂ ਹੁੰਦਾ, ਕਿਉਂਕਿ ਬੰਦੇ ਦਾ ਅੰਦਰੋਂ ਮਨ ਤਾਂ ਬੋਲੀ ਜਾਂਦਾ ਹੈ। ਆਪਾਂ ਚੁੱਪ ਕਰਕੇ ਬੈਠੇ ਹਾਂ, ਆਪਣਾ ਮਨ ਅੰਦਰ ਪਤਾ ਨਹੀਂ ਕੀ ਕੁਝ ਬੋਲੀ ਜਾਂਦਾ ਹੈ। ਤੇ ਗੱਲ ਸੀ ਮਨ ਨੂੰ ਚੁੱਪ ਕਰਾਉਣ ਦੀ, ਮਨ ਤਾਂ ਚੁੱਪ ਨਹੀਂ ਹੋਇਆ। ਸਰੀਰ ਨੂੰ ਚੁੱਪ ਕਰਾਉਣ ਨਾਲ, ਸਰੀਰ ਨੂੰ ਰੋਕਣ ਨਾਲ ਮਨ ਨਹੀਂ ਰੁਕਿਆ। ਇਹ ਵੀ ਤਰੀਕਾ ਸਾਰਥਕ ਨਹੀਂ ਹੋਇਆ। ਤੀਸਰਾ ਸੀ ਕਿ ਰੱਜ ਕੇ ਤੁਹਾਡਾ ਦਿਲ ਕਰਦਾ ਜੋ ਭੋਗ ਭੋਗਣਾ, ਜੋ ਵੀ ਤੁਹਾਡਾ ਮਨ ਕਰਦਾ। ਜਿਵੇਂ ਰਜਨੀਸ਼ ਨੇ ਕਿਹਾ, ਉਹਨੇ ਮੱਤ ਲਾਇਆ ਸੀ ਜੋ ਤੁਹਾਡਾ ਮਨ ਭੋਗਣ ਨੂੰ ਕਰਦਾ ਭੋਗ ਲਵੋ, ਤੇ ਆਪੇ ਮਨ ਭੋਗਾਂ ਤੋਂ ਉਪਰਾਮ ਹੋ ਜਾਵੇਗਾ। ਮਹਾਰਾਜ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਇਹ ਮਨ ਦੀ ਭੁੱਖ ਨਹੀਂ ਗੁਰਮੁਖੋਂ ਮਿਟਦੀ, ਇਹਨੂੰ ਜਿੰਨੇ ਮਰਜ਼ੀ ਭੋਗ ਭੁਗਾ ਲਓ, ਇਹ ਹੋਰ ਭੋਗ ਮੰਗੀ ਜਾਂਦਾ ਵੀ ਹੋਰ ਨਵਾਂ ਭੋਗ ਭੋਗ ਲਈਏ, ਹੋਰ ਖਾ ਲਈਏ, ਹੋਰ ਪਾ ਲਈਏ, ਹੋਰ ਹੰਡਾ ਲਈਏ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਇਹ ਤੀਸਰਾ ਤਰੀਕਾ ਸੀ। ਚੌਥਾ ਤਰੀਕਾ ਕਿਹੜਾ ਸੀ ਕਿ ਵੇਦਾਂ ਨੂੰ ਪੜ੍ਹੋ, ਧਾਰਮਿਕ ਗ੍ਰੰਥਾਂ ਨੂੰ ਪੜ੍ਹੋ, ਰੱਟੇ ਲਾ ਲਾ ਕੇ ਯਾਦ ਕਰ ਲਓ, ਤੁਹਾਨੂੰ ਅਸਲ ਦਾ ਗਿਆਨ ਹੋ ਜਾਵੇਗਾ। ਮਹਾਰਾਜ ਕਹਿੰਦੇ ਸਹਿਸ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਜਿੰਨਾ ਮਰਜ਼ੀ ਸਿਆਣਾ ਹੋ ਜੀ ਪੜ੍ਹ ਪੜ੍ਹ ਕੇ, ਇੱਕ ਵੀ ਸਿਆਣਪ ਤੇਰੇ ਨਾਲ ਨਹੀਂ ਚੱਲਣੀ। ਸਹਿਸ ਸਿਆਣਪਾਂ ਲੱਖ ਹੋਵੇ, ਤਾਂ ਇੱਕ ਨਾ ਚੱਲੈ ਨਾਲ। ਇੱਕ ਸਿਆਣਪ ਨੇ ਵੀ ਕੰਮ ਨਹੀਂ ਕਰਨਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਫਿਰ ਇਹ ਜੀਵ ਸਚਿਆਰ ਕਿਵੇਂ ਹੋਵੇ, ਇਹਦੇ ਵਿੱਚ ਅਤੇ ਪਰਮਾਤਮਾ ਦੇ ਵਿਚਾਲੇ ਜੋ ਕੂੜ ਦੀ ਕੰਧ ਹੋ ਗਈ ਉਹ ਕਿਵੇਂ ਟੁੱਟੇ, ਕਿਵੇਂ ਇਹ ਪਰਮਾਤਮਾ ਨੂੰ ਮਿਲ ਸਕਦਾ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਉਹਦੀ ਰਜਾ ਵਿੱਚ, ਉਹਦੇ ਹੁਕਮ ਦੇ ਵਿੱਚ ਚੱਲਣਾ ਪਵੇਗਾ। ਤੇ ਉਹਦਾ ਹੁਕਮ ਸਾਨੂੰ ਗੁਰੂ ਕੋਲੋਂ ਮਿਲਦਾ ਹੈ। ਜਿਵੇਂ ਗੁਰਬਾਣੀ ਵਿੱਚ ਬਚਨ ਆਏ ਨੇ, ਸਤਿਗੁਰੂ ਕਹਿੰਦੇ ਹੋ ਆਪੋਂ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਇਹ ਬਾਣੀ ਮੇਰੀ ਨਹੀਂ ਹੈ। ਪਾਤਸ਼ਾਹ ਕਹਿੰਦੇ ਮੈਨੂੰ ਤਾਂ ਵਾਹਿਗੁਰੂ ਨੇ ਬੁਲਾਇਆ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਰੱਬ ਬੋਲਿਆ ਹੈ ਬਾਣੀ ਦੁਆਰਾ, ਭਾਵੇਂ ਉਹ ਕੁਰਾਨ ਸ਼ਰੀਫ ਹੈ, ਭਾਵੇਂ ਉਹ
ਭਾਗਵਤ ਗੀਤਾ ਹੈ, ਜਾਂ ਜਿੰਨੇ ਵੀ ਧਰਮ ਦੇ ਗ੍ਰੰਥ ਨੇ, ਰੱਬ ਬੋਲਿਆ ਹੈ ਕਿ ਬੰਦਿਆ ਇਸ ਤਰ੍ਹਾਂ ਚੱਲ ਤਾਂ ਤੇਰਾ ਭਲਾ ਹੋਵੇਗਾ। ਪਰ ਆਪਾਂ ਧਾਰਮਿਕ ਗ੍ਰੰਥਾਂ ਦੇ ਨਾਂ ਤੇ ਝਗੜੇ ਸ਼ੁਰੂ ਕਰਤੇ, ਲੜਾਈਆਂ ਸ਼ੁਰੂ ਕਰ ਦਿੱਤੀਆਂ। ਰੱਬ ਪਰਮਾਤਮਾ ਬੋਲਿਆ ਸ਼ਬਦ ਬਾਣੀ ਤੇ ਹੁਕਮ ਵਿੱਚ ਜਿਹੜਾ ਚੱਲੇਗਾ, ਜਿਹੜਾ ਇਸ ਬਾਣੀ ਨੂੰ ਕਮਾਵੇਗਾ, ਕੋਈ ਮੁਸਲਮਾਨ ਵੀਰ ਹੈ, ਮੁਸਲਮਾਨ ਵੀਰ ਕੁਰਾਨ ਹਦੀਸ, ਕੁਰਾਨ ਵਜ਼ੀਰ ਦੇ ਮੁਤਾਬਕ ਚੱਲੇ ਤਾਂ ਉਹ ਪ੍ਰਵਾਨ ਹੈ। ਜੋ ਸਾਡੇ ਹਿੰਦੂ ਵੀਰ ਨੇ ਉਹ ਉਹਨਾਂ ਦੇ ਜਿਹੜੇ ਧਾਰਮਿਕ ਗ੍ਰੰਥਾਂ ਦੀ ਮਰਿਆਦਾ ਹੈ ਉਹਨੂੰ ਅਸਲ ਰੂਪ ਦੇ ਵਿੱਚ ਅਪਣਾਉਣ, ਨਾ ਕਿ ਕਰਮ ਕਾਂਡ ਦੇ ਵਿੱਚ, ਤਾਂ ਉਹ ਵੀ ਰੱਬ ਦੇ ਘਰ ਵਿੱਚ ਪ੍ਰਵਾਨ ਨੇ। ਆਪਾਂ ਸਿੱਖਾਂ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਮੰਨਣਾ ਚਾਹੀਦਾ ਹੈ। ਇਸੇ ਤਰ੍ਹਾਂ ਈਸਾਈ ਵੀਰ ਨੇ, ਉਹਨਾਂ ਨੂੰ ਬਾਈਬਲ ਦੇ ਅਨੁਸਾਰ, ਤੋ ਯਹੂਦੀ, ਪਾਰਸੀ, ਸਾਰੇ ਜਿਹਨੇ ਵੀ ਜਿਵੇਂ ਉਹ ਆਪਣੇ ਆਪਣੇ ਧਾਰਮਿਕ ਗ੍ਰੰਥ ਦੇ ਅਸਲ ਨੂੰ ਪਛਾਣਨ, ਉਹਦੇ ਮੁਤਾਬਕ ਜਦੋਂ ਚੱਲਣਗੇ ਤਾਂ ਰੱਬ ਦੇ ਘਰ ਪ੍ਰਵਾਨ ਹੋ ਜਾਣਗੇ। ਕਿਉਂਕਿ ਸਾਰੇ ਇਹ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਪਰਮਾਤਮਾ ਤੋਂ ਹੀ ਆਏ ਨੇ, ਸਾਰਿਆਂ ਦਾ ਅਦਬ ਸਤਿਕਾਰ ਕਰਨਾ ਚਾਹੀਦਾ ਹੈ। ਤੋ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਇਸ ਤਰ੍ਹਾਂ, ਭਾਈ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜੋ, ਹੋਰ ਕਰਮ ਕਾਂਡ ਛੱਡ ਦੇਵੋ। ਜਿਨ੍ਹਾਂ ਨੇ ਛੱਡ ਦਿੱਤੇ ਉਹ ਫਿਰ ਗੁਰ ਸੋ ਪ੍ਰਸੰਨ ਭਏ ਵੱਡ ਭਾਗ, ਉਹਨਾਂ ਤੇ ਗੁਰੂ ਪ੍ਰਸੰਨ ਹੋ ਗਿਆ। ਉਹ ਵੱਡਿਆਂ ਭਾਗਾਂ ਵਾਲੇ ਹੋ ਗਏ ਜਿਨ੍ਹਾਂ ਨੇ ਸ਼ਬਦ ਨੂੰ ਕਮਾਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਰੱਬ ਮਿਲ ਗਿਆ, ਕਿਉਂਕਿ ਰੱਬ ਕਿਸੇ ਕਰਮ ਕਾਂਡ ਨਾਲ ਨਹੀਂ ਮਿਲਣਾ, ਰੱਬ ਮਿਲਣਾ ਹੈ ਆਤਮਿਕ ਸੋਝੀ ਦੇ ਨਾਲ। ਤੇ ਜਦੋਂ ਆਪਾਂ ਗੁਰਬਾਣੀ ਤੋਂ ਗਿਆਨ ਲਵਾਂਗੇ, ਸੋਝੀ ਲਵਾਂਗੇ, ਗੁਰਬਾਣੀ ਦੇ ਦੱਸੇ ਮਾਰਗ ਤੇ ਚੱਲਾਂਗੇ ਤਾਂ ਜ਼ਰੂਰ ਸਫਲ ਹੋਵਾਂਗੇ। 8 ਪੈਰ ਗਾਈਏ ਗੋਬਿੰਦ, 8 ਪੈਰ ਵਾਹਿਗੁਰੂ ਦੇ ਗੁਣ ਗਾਓ। ਤਨ ਤਨ ਪ੍ਰਭ ਕਾ, ਪ੍ਰਭ ਕੀ ਜਿੰਦ। ਇਹ ਸਾਡਾ ਸਰੀਰ, ਇਹ ਧਨ ਪਦਾਰਥ ਜੋ ਕੁਝ ਹੈ ਇਹ ਰੱਬ ਦਾ ਦਿੱਤਾ ਹੋਇਆ ਹੈ। ਇਸ ਕਰਕੇ ਉਸ ਵਾਹਿਗੁਰੂ ਦੇ ਗੁਣ ਗਾਓ, ਉਹਦੀ ਸਿਫਤ ਸਲਾਹ ਕਰੋ ਜੀ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ, ਹਰ ਗੁਣ ਰਮਤ ਭਏ ਆਨੰਦ, ਪਾਰ ਬ੍ਰਹਮ ਪੂਰਨ ਬਖਸ਼ੰਦ। ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣ ਗਾਏ ਨੇ ਉਹ ਆਨੰਦ ਨਾਲ ਭਰ ਗਏ ਹਨ, ਕਿਉਂਕਿ ਵਾਹਿਗੁਰੂ ਬਖਸ਼ੰਦ ਹੈ। ਪੂਰਨ ਪਰਮਾਤਮਾ ਵਾਹਿਗੁਰੂ ਬਖਸ਼ੰਦ ਉਹ ਪ੍ਰਾਪਤ ਹੋਇਆ। ਕਰ ਕਿਰਪਾ ਜਨ ਸੇਵਾ ਲਾਏ, ਜਨਮ ਮਰਨ ਦੁਖ ਮੇਟ ਮਿਲਾਏ। ਜਿਹੜੇ ਵਾਹਿਗੁਰੂ ਦੇ ਮਾਰਗ ਤੇ ਚੱਲੇ, ਵਾਹਿਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਆਪਣੀ ਸੇਵਾ ਵਿੱਚ ਲਾ ਲਿਆ। ਉਹਨਾਂ ਦੇ ਜਨਮ ਮਰਨ ਦੇ ਦੁੱਖ ਖਤਮ ਕਰਕੇ ਆਪਣੇ ਵਿੱਚ ਮਿਲਾ ਲਿਆ। ਕਰਮ ਧਰਮ ਏ ਤਤ ਗਿਆਨ, ਸਾਧ ਸੰਗ ਜਪੀਏ ਹਰਿ ਨਾਮ। ਗੁਰੂ ਦੀ ਆਗਿਆ ਵਿੱਚ ਚੱਲ ਕੇ ਨਾਮ ਜਪੀਏ ਭਾਈ, ਇਹੀ ਸਭ ਨਾਲੋਂ ਵੱਡਾ ਕਰਮ ਹੈ, ਇਹੀ ਸਭ ਤੋਂ ਵੱਡਾ ਧਰਮ ਹੈ, ਇਹੀ ਤਤ ਗਿਆਨ ਹੈ। ਜਿਵੇਂ ਗੁਰੂ ਨੇ ਆਪਾਂ ਨੂੰ ਆਖਿਆ ਹੈ ਉਸ ਦੇ ਮੁਤਾਬਕ ਚੱਲਣਾ ਕਰੀਏ, ਜੀਵਨ ਜੀਵੀਏ, ਬਾਣੀ ਪੜ੍ਹੀਏ, ਨਾਮ ਜਪੀਏ। ਸਾਗਰ ਤਰ ਬੋਹਿਤ ਪ੍ਰਭ ਚਰਨ, ਅੰਤਰ ਜਾਮੀ ਪ੍ਰਭ ਕਾਰਨ ਕਰਨ। ਸਾਗਰ ਤਰ ਬੋਹਿਤ ਪ੍ਰਭ ਚਰਨ, ਸੰਸਾਰ ਸਾਗਰ ਨੂੰ ਤਰਨ ਵਾਸਤੇ ਵਾਹਿਗੁਰੂ ਦੇ ਚਰਨ ਹੀ ਜਹਾਜ਼ ਹਨ, ਭਾਵ ਵਾਹਿਗੁਰੂ ਦਾ ਨਾਮ ਹੀ ਜਹਾਜ਼ ਹੈ। ਅੰਤਰਜਾਮੀ ਪ੍ਰਭ ਕਾਰਨ ਕਰਨ, ਵਾਹਿਗੁਰੂ ਅੰਤਰਜਾਮੀ ਹੈ, ਸਾਰਾ ਕੁਝ ਕਰਨ ਵਾਲਾ ਹੈ। ਜੇ ਕੋਈ ਮਨੁੱਖ ਪਖੰਡ ਕਰਦਾ ਹੈ ਰੱਬ ਉਹ ਵੀ ਜਾਣਦਾ ਹੈ, ਤੇ ਜੇ ਕੋਈ ਸੱਚੇ ਮਨ ਨਾਲ ਰੱਬ ਦੀ ਭਗਤੀ ਕਰਦਾ ਹੈ ਰੱਬ ਉਹ ਵੀ ਜਾਣਦਾ ਹੈ। ਉਹਦੇ ਕੋਲੋਂ ਕੁਝ ਛੁਪਿਆ ਨਹੀਂ ਹੈ। ਪਾਤਸ਼ਾਹ ਕਹਿੰਦੇ ਜਿਹੜਾ ਉਹਦੀ ਸੱਚੇ ਮਨ ਨਾਲ ਭਗਤੀ ਕਰੇਗਾ ਵਾਹਿਗੁਰੂ ਆਪਣੇ ਚਰਨਾਂ ਦਾ ਬਹੁਤ ਉਹਨਾਂ ਨੂੰ ਦੇ ਦੇਵੇਗਾ, ਭਾਵ ਉਹਨਾਂ ਨੂੰ ਨਾਮ ਦੇ ਨਾਲ ਲਾ ਕੇ ਪਾਰ ਕਰ ਦੇਵੇਗਾ। ਰਾਖ ਲਈਏ ਆਪਣੀ ਕਿਰਪਾ ਧਾਰ, ਪੰਚ ਦੂਤ ਭਾਗੇ ਵਿਕਰਾਲ। ਜਿਨ੍ਹਾਂ ਨੇ ਸੱਚੇ ਮਨ ਨਾਲ ਵਾਹਿਗੁਰੂ ਦਾ ਨਾਮ ਜਪਿਆ, ਵਾਹਿਗੁਰੂ ਨੇ ਕਿਰਪਾ ਕਰਕੇ ਉਹਨਾਂ ਦੀ ਰੱਖਿਆ ਕੀਤੀ ਹੈ, ਸਭ ਤਰ੍ਹਾਂ ਕਰਕੇ ਰੱਖਿਆ ਕੀਤੀ, ਹਰ ਇੱਕ ਪੱਖ ਤੋਂ। ਤੇ ਪਾਤਸ਼ਾਹ ਕਹਿੰਦੇ 5 ਜਿਹੜੇ ਦੂਤ ਵਿਕਰਾਲ ਸੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ,
ਇਹ ਵੀ ਗੁਰਮੁਖਾਂ ਦੇ ਜੀਵਨ ਵਿੱਚੋਂ ਭੱਜ ਕੇ ਦੂਰ ਹੋਏ। ਜੂਐ ਜਨਮ ਨਾ ਕਬੂ ਹਾਰ, ਨਾਨਕ ਕਾ ਅੰਗ ਕੀਆ ਕਰਤਾਰ। ਪਾਤਸ਼ਾਹ ਕਹਿੰਦੇ ਗੁਰਮੁਖਾਂ ਦਾ ਅੰਗ ਦਾ ਇੱਥੇ ਅਰਥ ਹੈ ਪੱਖ ਲੈਣਾ। ਜਿਹੜਾ ਰੱਬ ਦੀ ਬੰਦਗੀ ਕਰਨ ਲੱਗ ਜਾਵੇ ਨਾ, ਰੱਬ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਰੱਬ ਤੁਹਾਡੇ ਪੱਖ ਵਿੱਚ ਖੜ ਜਾਵੇਗਾ ਜੇਕਰ ਤੁਸੀਂ ਸੱਚ ਤੇ ਦ੍ਰਿੜ ਹੋ, ਸੱਚ ਦੇ ਮਾਰਗ ਤੇ ਹੋ। ਤੇ ਪਾਤਸ਼ਾਹ ਕਹਿੰਦੇ ਫਿਰ ਉਹ ਆਪਣਾ ਜਨਮ ਕਦੇ ਵੀ ਜੂਏ ਵਿੱਚ ਨਹੀਂ ਹਾਰਦੇ, ਭਾਵ ਆਪਣਾ ਜਨਮ ਵਿਅਰਥ ਨਹੀਂ ਗਵਾਉਂਦੇ। ਜੂਐ ਜਨਮ ਨਾ ਕਬੂ ਹਾਰ, ਨਾਨਕ ਕਾ ਅੰਗ ਕੀਆ ਕਰਤਾਰ। ਪਾਤਸ਼ਾਹ ਕਹਿੰਦੇ ਗੁਰਮੁਖਾਂ ਦਾ ਪੱਖ ਵਾਹਿਗੁਰੂ ਨੇ ਲੈ ਲਿਆ, ਜਿਹੜੇ ਉਹਦੇ ਮਾਰਗ ਤੇ ਚੱਲੇ। ਤੇ ਉਹ ਗੁਰਮੁਖ ਆਪਣੇ ਜਨਮ ਨੂੰ ਕਦੇ ਵੀ ਵਿਕਾਰਾਂ ਦੇ ਜੂਏ ਵਿੱਚ ਹਾਰ ਕੇ ਨਹੀਂ ਜਾਂਦੇ, ਸਫਲ ਹੋ ਜਾਂਦੇ ਨੇ। ਗੋਂਡ ਮਹਲਾ ਪੰਜਵਾਂ। ਅਗਲੇਰਾ ਸ਼ਬਦ ਮਹਾਰਾਜ ਪ੍ਰਮਾਣ ਕਰ ਰਹੇ ਨੇ। ਕਰ ਕਿਰਪਾ ਸੁਖ ਆਨੰਦ ਕਰੇ, ਬਾਲਕ ਰਾਗ ਲਈਏ ਗੁਰਦੇਵ। ਵਾਹਿਗੁਰੂ ਪਰਮਾਤਮਾ ਦਾ ਜਿਨ੍ਹਾਂ ਨੇ ਨਾਮ ਜਪਿਆ, ਕਿਰਪਾ ਕਰਕੇ ਉਹਨਾਂ ਨੂੰ ਸੁਖ ਆਨੰਦ ਦੇਣਾ ਕੀਤਾ ਹੈ। ਆਪਣੇ ਬਾਲਕਾਂ ਦੀ ਆਪ ਵਾਹਿਗੁਰੂ ਰੱਖਿਆ ਕਰਦਾ, ਆਪਣੇ ਭਗਤਾਂ ਦੀ। ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ, ਜਨ ਸਗਲੇ ਬਖਸ਼ਿੰਦ। ਵਾਹਿਗੁਰੂ ਕਿਰਪਾਲੂ ਹੈ, ਦਿਆਲੂ ਹੈ, ਚਾਨਣ ਦੇਣ ਵਾਲਾ ਹੈ, ਰੂਹਾਨੀਅਤ ਦਾ ਪ੍ਰਕਾਸ਼ ਕਰਨ ਵਾਲਾ ਹੈ। ਉਹ ਸਾਰੇ ਜੀਵ ਜੰਤੂਆਂ ਤੇ ਬਖਸ਼ਿੰਦ ਹੈ, ਰਹਿਮਤਾਂ ਕਰਦਾ ਹੈ। ਤੇਰੀ ਸ਼ਰਨ ਪ੍ਰਭ ਦੀਨ ਦਿਆਲ, ਪਾਰ ਬ੍ਰਹਮ ਜਪ ਸਦਾ ਨਿਆਲ। ਹੇ ਵਾਹਿਗੁਰੂ ਤੂੰ ਸਾਰਿਆਂ ਨੂੰ ਬਖਸ਼ਣ ਵਾਲਾ ਹੈ, ਮੈਂ ਵੀ ਤੇਰੀ ਸ਼ਰਨ ਵਿੱਚ ਆਇਆ। ਇਹ ਦੀਨਾਂ ਤੇ ਦਇਆ ਕਰਨ ਵਾਲੇ ਮਾਲਕ। ਤੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਨਾਮ ਜਪ ਕੇ ਸੇਵਕ ਸਦਾ ਨਿਹਾਲ ਹੁੰਦੇ ਨੇ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਪ੍ਰਭ ਦਿਆਲ, ਦੂਸਰ ਕੋਈ ਨਾਹੀ, ਘਟ ਘਟ ਅੰਤਰ ਸਰਬ ਸਮਾਈ। ਵਾਹਿਗੁਰੂ ਵਰਗਾ ਦਿਆਲ ਹੋਰ ਕੋਈ ਦੂਜਾ ਹੈ ਹੀ ਨਹੀਂ ਹੈ। ਜੋ ਦਇਆ ਵਾਹਿਗੁਰੂ ਕਰਦਾ ਹੈ, ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਗੁਰੂ ਵਰਗਾ ਦਿਆਲੂ ਹੋਰ ਕੋਈ ਨਹੀਂ ਹੈ। ਭਾਵੇਂ ਚਾਰੇ ਕੁੰਡਾਂ ਵਿੱਚ ਫਿਰ ਕੇ ਵੇਖ ਲਵੋ, ਵਾਹਿਗੁਰੂ ਪਰਮਾਤਮਾ ਵਰਗਾ ਵੀ ਦਿਆਲੂ ਕੋਈ ਨਹੀਂ, ਜਿੰਨੀਆਂ ਉਹ ਸਾਡੇ ਤੇ ਰਹਿਮਤਾਂ ਕੀਤੀਆਂ ਨੇ ਔਰ ਕਰਦਾ ਹੈ। ਘਟ ਘਟ ਦੇ ਵਿੱਚ ਹਰ ਇੱਕ ਸਰੀਰ ਵਿੱਚ ਉਹ ਸਮਾਇਆ ਹੋਇਆ, ਆਪਣੇ ਦਾਸ ਕਾ ਹਲਤ ਪਲਤ ਸਵਾਰੈ। ਜਿਹੜੇ ਉਹਦੇ ਸੇਵਕ ਬਣ ਗਏ, ਉਹਨਾਂ ਦਾ ਲੋਕ ਪਰਲੋਕ ਵਾਹਿਗੁਰੂ ਸਵਾਰ ਦਿੰਦਾ ਹੈ। ਪਤਤ ਪਾਵਨ ਪ੍ਰਭ ਬਿਰਧ ਤੁਮਾਰੈ। ਵਾਹਿਗੁਰੂ ਤੇਰਾ ਬਿਰਧ ਕਿੰਨਾ ਸੋਹਣਾ ਹੈ, ਤੂੰ ਪਤਤਾਂ ਨੂੰ ਪਾਵਨ ਕਰਨ ਵਾਲਾ ਹੈ। ਕੋਈ ਕਿੰਨਾ ਵੀ ਪਾਪੀ ਹੋਵੇ, ਤੇਰੀ ਸ਼ਰਨ ਵਿੱਚ ਆ ਜਾਵੇ, ਤੂੰ ਉਹਦਾ ਵੀ ਭਲਾ ਕਰਦਾ ਹੈ। ਔਖਦ ਕੋਟ ਸਿਮਰ ਗੋਬਿੰਦ, ਤੰਤ ਮੰਤ ਭਜੀਐ ਭਗਵੰਤ। ਔਖਦ ਕੋਟ ਸਿਮਰ ਗੋਬਿੰਦ। ਵਾਹਿਗੁਰੂ ਦੇ ਨਾਮ ਸਿਮਰਨ ਦੀ ਦਵਾਈ ਸਭ ਤੋਂ ਵੱਡੀ ਦਵਾਈ ਹੈ, ਜੋ ਕਰੋੜਾਂ ਦੁੱਖਾਂ ਰੋਗਾਂ ਕਲੇਸ਼ਾਂ ਨੂੰ ਨਿਵਰਤ ਕਰਨ ਵਾਲੀ ਹੈ। ਤੰਤ ਮੰਤ ਭਜੀਐ ਭਗਵੰਤ। ਤੰਤਰ ਮੰਤਰ ਵਾਹਿਗੁਰੂ ਦੀ ਭਗਤੀ ਕਰਨੀ ਸਭ ਤੋਂ ਵੱਡੀ ਆਤਮਿਕ ਰੂਹਾਨੀ ਵਿਦਿਆ ਹੈ। ਹੋਰ ਕਿਤੇ ਤੰਤਰਾਂ ਮੰਤਰਾਂ ਵਿੱਚ ਪੈਣ ਦੀ ਲੋੜ ਨਹੀਂ। ਰੋਗ ਸੋਗ ਮਿਟੇ ਪ੍ਰਭ ਧਿਆਏ, ਮਨ ਵਾਂਛਤ ਪੂਰਨ ਫਲ ਪਾਏ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਧਿਆਉਣ ਨਾਲ ਸਾਰੇ ਰੋਗ ਸੋਗ ਮਿਟ ਗਏ ਔਰ ਮਨ ਵਾਂਛਤ ਫਲ ਮਿਲਦੇ ਨੇ। ਕਰਨ ਕਾਰਨ ਸਮਰੱਥ ਦਿਆਰ, ਸਰਬ ਨਿਧਾਨ ਮਾ ਵਿਚਾਰ। ਵਾਹਿਗੁਰੂ ਸਭ ਕੁਝ ਕਰਨ ਕਾਰਨ ਵਾਲਾ ਹੈ, ਦਿਆਲੂ ਹੈ। ਤੇ ਮਹਾਰਾਜ ਕਹਿੰਦੇ ਸਾਰੇ ਦੌਲਤਾਂ ਉਹਦੇ ਨਾਮ ਦੇ ਵਿੱਚ ਹਨ। ਇਹ ਵੱਡੀ ਵਿਚਾਰ ਜਿਹਨੂੰ ਸਮਝ ਆ ਗਈ, ਉਹ ਫਿਰ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ। ਨਾਨਕ ਬਖਸ਼ ਲਈਏ ਪ੍ਰਭ ਆਪ, ਸਦਾ ਸਦਾ ਏਕੋ ਹਰਿ ਜਾਪ। ਜਿਹੜੇ ਉਹਦੀ ਸ਼ਰਨ ਵਿੱਚ ਆਏ, ਉਹਨਾਂ ਨੂੰ ਵਾਹਿਗੁਰੂ ਆਪ ਬਖਸ਼ ਲੈਂਦਾ ਹੈ। ਭਾਈ ਸਦਾ ਸਦਾ ਇੱਕ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ, ਵਾਹਿਗੁਰੂ ਦੇ ਨਾਮ ਨੂੰ ਸਿਮਰਨਾ ਕਰੋ। ਸਭ ਤੋਂ ਵੱਡਾ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ ਸਿਮਰਨ। ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲ ਬਣਾ ਲਓ। ਇਸ ਤਰ੍ਹਾਂ ਸਤਿਗੁਰੂ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਜੀ ਮੈਂ ਰਾਮਤ ਬਖਸ਼ਿਸ਼ ਕਰਨ, ਸਤਿਗੁਰੂ ਦੇ ਅੰਮ੍ਰਿਤ ਵਚਨਾਂ ਨੂੰ ਕਮਾ ਕੇ ਲਾਹਾ ਲੈ ਸਕੀਏ।
ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋਤੀ ਜੋਸ਼ਮਾਨ ਦਾ ਗੁਰਪੁਰਬ ਹੈ। ਸੋ ਦਰਗਾਹੀ ਬਾਣੀ ਦੇ ਜੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ, ਹੁਣ ਭੋਗ ਸ਼ੁਰੂ ਹੋਣ ਲੱਗੇ ਨੇ। ਤੁਰੰਤ 9 ਵਜੇ ਤੱਕ ਕੀਰਤਨ ਹੈ। ਸੋ ਸਾਧ ਸੰਗਤ ਉਪਰੰਤ ਸਾਰੀ ਸਮਾਪਤੀ ਹੋਣੀ ਹੈ। ਸੋ ਇਹਨਾਂ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਏ ਪ੍ਰਾਪਤ ਕਰੋ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।